अनुराग जी मेरा क्वेश्चन थोड़े तो है कि IAS रिक्वायरमेंट सब तो पहला मैं थोड़े तो जानना चाहूँगी और इस तो बाद EQ ਜਿਹੜੀ ਟਰਮ ਹੈ EQ ਜਦੋਂ ਲੋ ਹੋ ਜਾਂਦਾ ਰਿਲੇਸ਼ਨਸ਼ਿਪਸ ਇੰਬੈਲੈਂਸ ਹੋ ਜਾਂਦੇ ਨੇ ਸਟੱਡੀਜ਼ ਦੇ ਨਾਲ ਸੋ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਮਨਪ੍ਰੀਤ ਜੀ IAS ਦੀ ਰਿਕੁਆਇਰਮੈਂਟ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਸਰ ਨੇ ਕਿਹਾ ਕਿ ਦੁੱਧ ਸਾਡੇ ਘਰੇ ਹੈ ਉਹਨੂੰ ਸਹੀ ਜਾਗ ਲਾਉਣ ਦੀ ਲੋੜ ਹੈ ਦਹੀਂ ਜੰਮ ਜਾਏਗਾ ਔਰ ਸਰ ਨੇ ਵੀ ਕਿਹਾ ਕਿ ਇੰਟਰਕਨੈਕਟਿਡਨੈਸ ਆਫ ਵੇਰੀਅਸ ਸਬਜੈਕਟਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਹ ਦੋਨੋਂ ਹੀ ਚੀਜ਼ਾਂ IAS ਦੇ ਨਾਲ ਬਹੁਤ ਜ਼ਿਆਦਾ ਰਿਲੇਵੈਂਟ ਹੈ ਇੰਟਰਕਨੈਕਟਿਡਨੈਸ ਆਫ ਵੇਰੀਅਸ ਸਬਜੈਕਟਸ ਜੋ ਹੈ ਇਹਦੇ ਨਾਲ ਹੀ ਡੈਪਥ ਆਫ ਦੀ ਅੰਡਰਸਟੈਂਡਿੰਗ ਬਣਦੀ ਹੈ ਮੈਂ ਇਹਨਾਂ ਦੇ ਆਨਸਰ ਤੋਂ ਹੀ ਆਪਣਾ ਆਨਸਰ ਡਿਰਾਈਵ ਕਰ ਰਿਹਾ ਔਰ IAS ਦਾ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਵੈਰੀ ਕਲੀਅਰਲੀ ਮੈਂਸ਼ਨਡ ਹੈ ਕਿ ਦਿਸ ਐਗਜ਼ਾਮ ਇਜ਼ ਮੈਂਟ ਫॉर ਟੈਸਟਿੰਗ the basic intellectual traits and depth of the understanding of the candidate interconnectedness ਨਾਲ ਹੀ ਡੈਪਥ ਬਣਨੀ ਹੈ ਹੁਣ ਤੁਸੀਂ ਗੱਲ EQ ਦੀ ਕੀਤੀ ਹੈ ਦੇਖੋ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਸਕੂਲ ਹੈ ਕਾਲਜ ਹੈ ਉਹਦੇ ਵਿੱਚ ਸਾਡਾ ਬਹੁਤ ਜ਼ਿਆਦਾ ਜਿਹੜਾ ਸਟ੍ਰੈਸ ਹੈ ਜਿਹੜਾ ਬਹੁਤ ਜ਼ਿਆਦਾ ਜ਼ੋਰ ਸਾਡਾ ਲੱਗਿਆ ਹੋਇਆ ਉਹ IQ ਡਿਵੈਲਪਮੈਂਟ ਤੇ ਸਾਡੇ ਕੋਲ ਵੀ ਜਦੋਂ ਬੱਚਾ ਆਉਂਦਾ ਹੈ IAS ਕੋਚਿੰਗ ਲਈ ਤਾਂ ਉੱਥੇ ਵੀ ਉਹਦਾ ਜਿਹੜਾ ਸੋਲ ਇੱਕ ਏਮ ਹੁੰਦਾ ਕਿ ਮੇਰਾ IQ ਡਿਵੈਲਪ ਹੋ ਜੇ मैं रट्टा मार ਲਾਂ ਚੀਜ਼ਾਂ ਨੂੰ ਯਾਦ ਕਰਨਾ ਸਰ ਨੇ ਕਿਹਾ ਕਿ 3 ਸਾਲ ਤੱਕ ਜੇ ਬੱਚੇ ਨੂੰ ਅਸੀਂ ਦੇਖਦੇ ਹਾਂ ਕਿ ਜੋ 3 ਸਾਲ ਦੇ ਬੱਚੇ ਨੂੰ ਆਉਣਾ ਚਾਹੀਦਾ ਕੀ ਉਸ ਨੂੰ ਆਉਂਦਾ ਹੈ ਮੈਂ ਵੀ ਤੁਹਾਡਾ ਧਿਆਨ ਇੱਧਰ ਹੀ ਦਿਵਾਉਣਾ ਚਾਹੂੰਗਾ ਰਾਧਾ ਸਾਰਿਆਂ ਦਾ ਕਿ ਜੋ ਗ੍ਰੈਜੂਏਟ ਹੈ ਔਰ ਜੋ ਇੱਕ ਗ੍ਰੈਜੂਏਟ ਨੂੰ ਆਉਣਾ ਚਾਹੀਦਾ ਕੀ ਉਸ ਨੂੰ ਆਉਂਦਾ ਹੈ ਕੀ ਅਸੀਂ ਉਸ ਦੇ ਵਿੱਚ ਉਹ ਕੁਆਲਿਟੀਜ਼ ਪੈਦਾ ਕਰ ਪਾਏ ਹਾਂ ਅੱਜ ਅਸੀਂ ਸਕਿੱਲ ਸੈੱਟ ਦੀ ਗੱਲ ਕੀਤੀ ਅਸੀਂ ਫੋਰਨ ਦੀ ਗੱਲ ਕੀਤੀ ਮੈਂ ਤੁਹਾਡਾ ਜਿਹੜਾ ਧਿਆਨ ਹੈ EQ ਵੱਲ ਜ਼ਿਆਦਾ ਲੈ ਕੇ ਜਾਣਾ ਚਾਹੂੰਗਾ ਕਿ ਬੱਚਾ ਇਸ ਏਜ ਦੇ ਵਿੱਚ ਗ੍ਰੈਜੂਏਟ ਹੋ ਗਿਆ IAS ਦੀ ਕੋਚਿੰਗ ਕਰਨ ਲੱਗ ਗਿਆ ਔਰ ਉੱਥੇ ਇਹਦੇ ਵੀ ਅੱਗੇ ਦੋ ਐਸਪੈਕਟ ਹੈ ਇੱਕ ਡਿਪਰੈਸ਼ਨ ਵੱਲ ਜਾਂਦਾ ਇੱਕ ਮੇਨੀਆ ਵੱਲ ਜਾਂਦਾ ਏਜ ਇਸ ਤਰ੍ਹਾਂ ਦੀ ਹੈ ਸਾਰੇ ਐਗਰੀ ਕਰਨਗੇ ਉਸਨੇ ਰਿਲੇਸ਼ਨਸ਼ਿਪ ਦੇ ਵਿੱਚ ਪਿਆ ਪ੍ਰਪੋਜ਼ ਕੀਤਾ ਨਾ ਹੋ ਗਈ ਡਿਪਰੈਸ਼ਨ ਰਿਲੇਸ਼ਨਸ਼ਿਪ ਚੱਲ ਰਿਹਾ ਹੈ ਕੋਈ ਬ੍ਰੇਕਅਪ ਹੋ ਗਿਆ ਕੋਈ ਫਰੈਂਡਸ਼ਿਪ ਟੁੱਟ ਗਈ ਡਿਪਰੈਸ਼ਨ ਅੱਜ ਕੱਲ੍ਹ ਡਿਪਰੈਸ਼ਨ ਜਿਹੜਾ ਹੈ ਇੱਕ ਬਹੁਤ ਵੱਡੀ ਹੈਵੀ ਟਰਮ ਹੈ ਜੋ ਕਿ ਅੱਜ ਕੱਲ੍ਹ ਦੇ ਦਿਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਡਿਪਰੈਸ਼ਨ ਸੈਡਨੈਸ ਦਾ ਇੱਕ ਪ੍ਰਾਈਵਾਚੀ ਬਣ ਗਿਆ ਬੱਚਾ ਸੈਡ ਹੁੰਦਾ ਹੈ ਲੇਕਿਨ ਅਸੀਂ ਟਰਮ ਯੂਜ਼ ਕਰਦੇ ਹਾਂ ਡਿਪਰੈਸ਼ਨ ਇਜ਼ ਇਟ ਟਰੂ ਕਿ ਹੀ ਇਜ਼ ਰੀਅਲੀ ਡਿਪਰੈਸਡ ਹੁਣ ਇਹਦੇ ਲਈ ਅਸੀਂ ਉਹਨੂੰ ਤਿਆਰ ਨਹੀਂ ਕਰ ਪਾਏ ਗ੍ਰੈਜੂਏਸ਼ਨ ਤੱਕ ਜਾਂਦੇ ਜਾਂਦੇ ਅਸੀਂ ਉਸਨੂੰ ਇਮੋਸ਼ਨਲ ਮੈਨੇਜਮੈਂਟ ਨਹੀਂ ਸਿਖਾ ਪਾਏ ਇੱਕ ਛੋਟਾ ਜਿਹਾ ਕਿੱਸਾ ਹੈ ਚੰਦਰਗੁਪਤ ਮੌਰਿਆ ਦੇ ਗੁਰੂ ਸੀਗੇ ਚਾਣਕਿਆ ਜਦੋਂ ਚੰਦਰਗੁਪਤ ਮੌਰਿਆ ਇਸ ਏਜ ਦੇ ਵਿੱਚ ਪਹੁੰਚੇ ਤੇ ਉਹ ਵੀ ਰਿਲੇਸ਼ਨਸ਼ਿਪ ਵੱਲ ਤੁਰੇ ਉਹ ਵੀ ਪ੍ਰੇਮ ਪ੍ਰਸੰਗ ਵੱਲ ਤੁਰੇ ਤੇ ਉੱਥੇ ਚੰਦਰਗੁਪਤ ਨੇ ਐਸੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਮੈਨੂੰ ਇਹ ਹਵਾएं ਬੜੀ ਅੱਛੀ ਲੱਗ ਰਹੀ ਹੈ ਮੈਨੂੰ ਇਹ ਪੱਤੇ ਮੈਂ ਕਿਉਂ ਲੜਾਂ ਕਿਸੇ ਨਾਲ ਮੈਂ ਕਿਉਂ ਵਾਰੀਅਰ ਬਣਾ ਤਾਂ ਇਸ ਦਾ ਜ਼ਿੰਮਾ ਚਾਣਕਿਆ ਨੇ ਚੱਕਿਆ ਹੀ ਸੈਡ ਕਿ ਇਹ ਲਾਈਫ ਦਾ ਇੱਕ ਬਹੁਤ ਇੰਪੋਰਟੈਂਟ ਤੇ ਕਾਮਨ ਐਸਪੈਕਟ ਹੈ ਔਰ ਮੈਂ ਐਜ਼ ਅ ਟੀਚਰ ਫੇਲ ਹੋ ਗਿਆ ਜੋ ਮੈਂ ਤੈਨੂੰ ਸਿਖਾ ਨਹੀਂ ਸਕਿਆ ਕਿ ਇਸ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਰਿਲੇਸ਼ਨਸ਼ਿਪ ਫੇਲਿਅਰ ਬੱਚਾ ਸੈਡ पेरेंट्स ने कुछ कहता बच्चा सैड टीचर्स ने कुछ कहता बच्चा सैड साडा एजुकेशन सिस्टम स्कूल लेवल ते या कॉलेज लेवल ते की एफर्ट्स कर रहा है बच्चे नू इमोशनल मैनेजमेंट सिखाने दे लई दूसरा एस्पैक्ट जिहड़ा ये तो चलो सैडनेस और डिप्रैशन वाला हो गया एक जिहड़ा मेनिया वल जांदा है बच्चे ने गाना सुनिया मूवी देखी और वो ये नहीं समझ रहा कि इसका परपस जो है वो सिर्फ एक एंटरटेनमेंट है वो अपने आप को नाल रिलेट करना शुरू कर देता उन्हें इंटरपर्सनल स्किल्स ਨੂੰ ਚੰਗੀ ਤਰ੍ਹਾਂ ਸਮਝ ਨਹੀਂ ਪਾਇਆ ਉਹ ਗਾਣਾ ਸੁਣਦਾ ਉਹਨੂੰ ਲੱਗਦਾ ਗਾਣਾ ਮੇਰੇ ਲਈ ਹੈ ਇਹ ਗਾਣੇ ਦੇ ਹੀਰੋ ਸੂਤਰਧਾਰ ਮੈਂ ਆ ਔਰ ਉਹਦੇ ਵਿੱਚ ਉਹ ਮੈਨੀਅਕ ਹੁੰਦਾ ਉਹ ਅਸੀਂ ਬੱਚਾ ਛੋਟਾ ਬੱਚਾ ਕਾਰਟੂਨ ਦੇਖਦਾ ਨਹੀਂ ਡੋਰੇਮੋਨ ਦੇਖਦਾ ਹੈ ਸ਼ਿਨਚੈਨ ਦੇਖਦਾ ਹੈ ਉਹ ਛੋਟੇ ਬੱਚੇ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਮੈਂ ਇਸ ਕਾਰਟੂਨ ਨੂੰ ਕਾਪੀ ਨਹੀਂ ਕਰਨਾ ਇਹ ਸਿਰਫ ਔਰ ਸਿਰਫ ਐਂਟਰਟੇਨਮੈਂਟ ਪਰਪਸ ਲਈ ਹੈ लेकिन ਉਹੀ ਬੱਚਾ ਐਜੂਕੇਸ਼ਨ ਲੈਣ ਤੋਂ ਬਾਅਦ ਜਦੋਂ ਵੱਡਾ ਹੋ ਜਾਂਦਾ ਹੈ ਉਸ ਟਾਈਮ ਤੇ ਉਸਨੂੰ ਇਹ ਗੱਲ ਸਮਝਣ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਇਹ ਜਿਹੜਾ ਗਾਣਾ ਹੈ ਜਾਂ ਮੂਵੀ ਹੈ ਐਂਟਰਟੇਨਮੈਂਟ ਪਰਪਸ ਲਈ ਹੈ ਔਰ ਸਾਡਾ ਜਿਹੜਾ ਬੱਚਾ ਹੈ ਕਿਤੇ ਨਾ ਕਿਤੇ ਇਮੋਸ਼ਨਲ ਮੈਨੇਜਮੈਂਟ ਇਹੀ ਮੇਨੀਆ ਜਾਂ ਇਹੀ ਡਿਪਰੈਸ਼ਨ ਇਹੀ ਸੈਡਨੈਸ ਦੇ ਵਿੱਚ ਫਸਿਆ ਹੋਇਆ ਹੈ ਸਾਨੂੰ ਐਜੂਕੇਸ਼ਨ ਸਿਸਟਮ ਦੇ ਵਿੱਚ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਇਨਕਲੂਡ ਕਰਨੀਆਂ ਪੈਣਗੀਆਂ ਕਿ ਉਹ ਇਮੋਸ਼ਨਲ ਮੈਨੇਜਮੈਂਟ ਨੂੰ ਸਟ੍ਰੈਸ ਮੈਨੇਜਮੈਂਟ ਨੂੰ ਡਿਪਰੈਸ਼ਨ ਮੈਨੇਜਮੈਂਟ ਨੂੰ ਸਿੱਖ ਸਕੇ ਸਰ ਤੁਸੀਂ ਬਹੁਤ ਵਧੀਆ ਇੱਕ ਗੱਲ ਛੇੜੀ ਹੈ ਸ਼ਾਇਦ ਕੋਈ ਛੇੜਦਾ ਨਹੀਂ ਹੈ ਇਹ ਗੱਲ
ਤੇ ਅਸੀਂ ਨੈਸ਼ਨਲ ਪਾਲਿਸੀ ਦੀ ਗੱਲ ਕਰ ਰਹੇ ਸੀਗੇ, ਅਸੀਂ ਕਈ ਗੱਲਾਂ ਕੀਤੀਆਂ, ਪਰ ਮੈਂ ਆਬਜ਼ਰਵ ਕਰ ਰਿਹਾ ਸੀ ਕਈ ਬੱਚਿਆਂ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕੰਨ ਖੜੇ ਹੋ ਗਏ, ਇੱਕ ਦੂਜੇ ਨੂੰ ਦੇਖ ਕੇ ਸਮਾਈਲਾਂ ਜ਼ਰੂਰ ਪਾਸ ਕਰ ਰਹੇ ਸੀ ਜਦ ਡਿਪਰੈਸ਼ਨ ਦੀ ਗੱਲ ਕਰ ਰਹੇ ਸੀ, ਗਾਣਿਆਂ ਦੀ ਗੱਲ ਕਰ ਰਹੇ ਸੀ, ਬ੍ਰੇਕਅਪਸ ਦੀ ਗੱਲ ਕਰ ਰਹੇ ਸੀ। ਪਰ ਲੱਗਦਾ ਨਹੀਂ ਕਿ ਇਹ ਜਿਹੜੀ ਆਪਾਂ ਐਜੂਕੇਸ਼ਨਲ ਪਾਲਿਸੀ ਦੀ ਗੱਲ ਕਰਦੇ ਹਾਂ, ਇਹ ਚੀਜ਼ਾਂ ਉਹਦੇ ਵਿੱਚ ਵੀ ਮੈਂਸ਼ਨ ਹੋਣੀਆਂ ਚਾਹੀਦੀਆਂ ਨੇ ਕਿ ਕਿਸ ਤਰੀਕੇ ਨਾਲ ਬੱਚਾ ਜਿਹੜਾ ਹੈ ਉਹ ਆਊਟ ਆਫ ਫੋਕਸ ਨਾ ਹੋ ਜਾਏ, ਉਹ ਆਪਣਾ ਕੈਰੀਅਰ ਵਾਈਜ਼ ਫੋਕਸ ਹੀ ਰਹੇ। ਦੇਖੋ ਜੀ, ਪੰਜਾਬ ਦੇ ਸੀਐਮ ਸਰਦਾਰ ਭਗਵੰਤ ਮਾਨ ਜੀ ਨੇ ਵੀ ਇਹ ਗੱਲ ਕਹੀ ਸੀ, ਪਿੱਛੇ ਮੈਂ ਉਹਨਾਂ ਦੀ ਇੱਕ ਸਪੀਚ ਸੁਣ ਰਿਹਾ ਸੀ, ਉਹਨਾਂ ਨੇ ਉੱਥੇ ਮੈਂਸ਼ਨ ਕੀਤਾ ਸੀ ਕਿ ਦਿੱਲੀ ਦੇ ਵਿੱਚ ਉਹ ਕਿਸੇ ਸਕੂਲ ਦੇ ਵਿੱਚ ਗਏ ਤੇ ਜਿੱਥੇ ਬੱਚਿਆਂ ਨੂੰ ਉਹ ਐਪਰੀਸ਼ੀਏਟ ਕਰ ਰਹੇ ਨੇ ਕਿਸ ਚੀਜ਼ ਲਈ ਕਿ ਬੱਚਿਆਂ ਦੇ ਕੌਨਫੀਡੈਂਸ ਲੈਵਲ ਬਹੁਤ ਹਾਈ ਸੀ ਕਿ ਉਸ ਬੱਚੇ ਨੇ 2 ਸਟੇਟਸ ਦੇ ਚੀਫ ਮਿਨਿਸਟਰਸ ਨੂੰ ਕਿਹਾ ਕਿ ਜੇ ਤੁਸੀਂ ਸਾਡੇ ਨਾਲ ਫੋਟੋ ਖਿਚਵਾਉਣੀ ਚਾਹੁੰਦੇ ਹੋ ਤਾਂ ਖਿਚਵਾ ਸਕਦੇ ਹੋ। ਉਹ ਜੇ ਅਸੀਂ ਉਹਦੇ ਵਿੱਚ ਇੱਕ ਕੌਨਫੀਡੈਂਸ ਪੈਦਾ ਕਰ ਦਾਂਗੇ ਤਾਂ ਉਹ ਇਹਨਾਂ ਚੀਜ਼ਾਂ ਨੂੰ ਆਪਣੇ ਆਪ ਸੰਭਾਲ ਸਕਦਾ ਹੈ। ਨੈਚੁਰਲੀ ਨੇਚਰ ਹੈਜ਼ ਬਲੈਸਡ ਹਿਮ ਔਰ ਹਰ ਕਿ ਉਹ ਇਹਨਾਂ ਚੀਜ਼ਾਂ ਦੀ ਕੇਅਰ ਕਰ ਸਕੇ। ਬਟ ਅਸੀਂ ਪੇਰੈਂਟਸ ਦਾ ਵੀ ਇਹਦੇ ਵਿੱਚ ਬਹੁਤ ਰੋਲ ਆਉਂਦਾ ਹੈ, ਟੀਚਰਸ ਦਾ ਵੀ ਬਹੁਤ ਰੋਲ ਆਉਂਦਾ ਹੈ, ਔਰ ਐਜੂਕੇਸ਼ਨ ਪਾਲਿਸੀ ਡੈਫੀਨੇਟਲੀ ਉਹ ਇਸ ਤਰਫ ਜਾਂਦੀ ਵੀ ਹੈ, ਧਿਆਨ ਵੀ ਦਿਵਾਉਂਦੀ ਹੈ, ਔਰ ਇਹਦੇ ਵਿੱਚ ਟੀਚਰਸ ਟ੍ਰੇਨਿੰਗ ਦੀ ਵੀ ਇੱਕ ਬਹੁਤ ਵੱਡਾ ਐਸਪੈਕਟ ਆ ਜਾਂਦਾ। ਸਿਸਟਮ ਸਾਡੇ ਕੋਲ ਹੈ ਨੇ, ਇਹ ਨਹੀਂ ਕਿ ਸਿਸਟਮ ਨਹੀਂ ਹੈ। ਤੁਸੀਂ ਐਨਸੀਸੀ ਦੇਖੋ, 62 ਦੀ ਲੜਾਈ ਤੋਂ ਬਾਅਦ ਜਦੋਂ ਐਨਸੀਸੀ ਇੰਟਰੋਡਿਊਸ ਹੁੰਦੀ ਹੈ ਤੇ ਐਨਸੀਸੀ ਦੇ ਕਾਰਨ ਐਜੂਕੇਸ਼ਨ ਦੇ ਵਿੱਚ, ਸਟੂਡੈਂਟਸ ਦੇ ਬਿਹੇਵੀਅਰ ਦੇ ਵਿੱਚ, ਟੀਚਰਸ ਦੇ ਬਿਹੇਵੀਅਰ ਦੇ ਵਿੱਚ ਅਸੀਂ ਚੇਂਜਸ ਨੋਟ ਕਰਦੇ ਹਾਂ। ਲੇਕਿਨ ਅੱਜ ਜੋ ਹੈ ਐਨਸੀਸੀ ਕੀ ਉਨੀ ਐਕਟਿਵ ਹੈ ਸਕੂਲਸ ਔਰ ਕਾਲਜਸ ਦੇ ਵਿੱਚ ਕਿ ਅਸੀਂ ਬੱਚਿਆਂ ਨੂੰ ਐਨਕਰੇਜ ਐਂਡ ਮੋਟੀਵੇਟ ਕਰ ਪਾ ਰਹੇ ਹਾਂ? ਜੇ ਅਸੀਂ ਇਹ ਸਾਰੇ ਮੈਕੈਨਿਜ਼ਮ ਨੂੰ ਪ੍ਰੋਪਰਲੀ ਯੂਜ਼ ਕਰਦੇ ਹਾਂ ਤਾਂ ਬੱਚਾ ਨਾਟ ਓਨਲੀ ਫਿਜ਼ੀਕਲੀ ਬਟ ਮੈਂਟਲੀ ਵੀ ਇਹ ਸਭ ਸਟ੍ਰੈਸ ਹੈਂਡਲਿੰਗ ਲਈ ਰੈਡੀ ਹੋ ਜਾਏਗਾ। ਇੱਕ ਹੋਰ ਗੱਲ ਮੈਂ ਐਡ ਕਰਨੀ ਚਾਹੂੰਗਾ, ਸਰ ਨੇ ਤੁਸੀਂ ਬੜਾ ਅੱਛਾ ਸਵਾਲ ਪੁੱਛਿਆ ਸੀ ਕਿ ਬਾਹਰ ਦੇ ਵਿੱਚ ਅਸੀਂ ਇੰਨੇ ਕੌਨਫੀਡੈਂਟ ਕਿਉਂ ਫੀਲ ਕਰਦੇ ਹਾਂ, ਬਾਹਰ ਨੂੰ ਅਸੀਂ ਇੱਕ ਅਚੀਵਮੈਂਟ ਸਮਝਦੇ ਹਾਂ। ਦੇਖੋ, ਇਹ ਸਾਰਾ ਸਿਸਟਮ ਦੇ ਉੱਪਰ ਡਿਪੈਂਡ ਕਰਦਾ ਹੈ। ਆਪਣੇ ਕੋਲ ਇੱਕ ਫਿਊਲ ਹੈ, ਪੈਟਰੋਲ ਹੈ ਜਾਂ ਡੀਜ਼ਲ ਹੈ। ਡੀਜ਼ਲ ਇਜ਼ ਡੀਜ਼ਲ, ਪੈਟਰੋਲ ਇਜ਼ ਪੈਟਰੋਲ। ਅਸੀਂ ਉਹਨੂੰ ਇੱਕ ਮੋਪੈਡ ਦੇ ਵਿੱਚ ਪਾਵਾਂਗੇ ਤਾਂ ਕਿੰਨੀ ਐਫੀਸ਼ੀਐਂਸੀ, ਕਿੰਨੀ ਆਊਟਪੁੱਟ ਮਿਲੇਗੀ। ਉਸੇ ਨੂੰ ਅਸੀਂ ਇੱਕ ਛੋਟੀ ਕਾਰ ਦੇ ਵਿੱਚ ਪਾਵਾਂਗੇ ਤਾਂ ਕਿੰਨੀ ਸਪੀਡ ਲੈ ਲਾਂਗੇ। ਲੇਕਿਨ ਉਸੇ ਨੂੰ ਅਸੀਂ ਇੱਕ ਵੱਡੀ ਕਾਰ ਹੈ, ਕੋਈ BMW ਹੈ, ਕੋਈ ਆਡੀ ਮਰਸੀਡੀਜ਼ ਹੈ, ਤਾਂ ਕਿੰਨੀ ਸਪੀਡ ਮਿਲੇਗੀ।